पर एक बुरका पा के सिੱਖੀ ਦਾ ਤੇ ਉਹਨਾਂ ਨੇ ਗੁਰੂ ਘਰ ਨੂੰ ਵੀ ਲੁੱਟ ਲਿਆ ਤੇ ਸਾਡੇ ਸਿੱਖ ਸਮਾਜ ਨੂੰ ਵੀ ਲੁੱਟ ਲਿਆ। ਸਾਰ ਧਰਮ ਦਾ ਬੇੜਾ ਗਰਕ ਕੀਤਾ, ਨਾਲ ਪੰਜਾਬ ਦਾ ਬੇੜਾ ਗਰਕ ਕੀਤਾ। ਇਹਦੇ ਲਈ ਜ਼ਿੰਮੇਵਾਰ ਤੇ ਜਵਾਬਦੇਹ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਪਰਿਵਾਰ ਹੈ, ਜਿਨੇ ਇੱਕ ਸੰਗਲ ਪਾਇਆ ਹੋਇਆ ਪੂਰੀ ਕੌਮ ਨੂੰ। ਕੌਮ ਸਾਰੀ ਨੂੰ ਭੱਠੀ 'ਚ ਪਵਾ ਕੇ ਤੇ ਉਹਨਾਂ ਦੇ ਸੇਵਿਆਂ ਤੇ ਪ੍ਰਸ਼ਾਦੇ ਛੇਕ ਕੇ ਆਪਣੇ ਪਰਿਵਾਰ ਤੇ ਆਪਣੇ ਕੁੜਮਾਂ ਨੂੰ ਸ਼ਿਕਾਇਤ ਅੱਜ ਤੱਕ ਛਕਾਈ ਜਾ ਰਿਹਾ। ਇਹ ਜਿਹੜਾ ਕੁੜਮਾਂ ਦਾ ਅਕਾਲੀ ਦਲ ਬਣਾ ਕੇ ਸਾਡਾ ਬੇਵਕੂਫ ਬਣਾ ਕੇ ਸਾਨੂੰ ਸਾਡਾ ਬੇੜਾ ਗਰਕ ਕਰ ਗਿਆ, ਇਹਦਾ ਸਰਟੀਫਿਕੇਟ ਉਹਨੂੰ ਥੋੜੇ ਦਿਨਾਂ 'ਚ ਜ਼ਰੂਰ ਮਿਲੂਗਾ ਕਿ ਉਹ ਅਕਾਲ ਤਖਤ ਤੇ ਬਿਠਾਇਆ ਗਿਆ ਨਹੀਂ। ਉਹ ਸਿੱਖਾਂ ਨੂੰ ਬੇਵਕੂਫ ਬਣਾਉਣ ਲਈ ਉਹ ਬੜੇ ਲੱਛੇਦਾਰ ਭਾਸ਼ਣ ਕਰਕੇ ਚੁੱਪ ਕਰਾ ਦਿੰਦਾ। ਐਸਜੀਪੀਸੀ ਦੇ ਪ੍ਰਧਾਨ ਨੂੰ ਪੁੱਛਿਆ ਗਿਆ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਇਹੀ ਬੇਨਤੀ ਕੀਤੀ ਗਈ ਕਿ ਇਹ ਤਾਂ ਦੱਸ ਦਿਓ ਪਾਵਨ ਸਰੂਪ ਹੈ ਕਿੱਥੇ। ਪਰ ਜਿਹੜੇ ਸਰੂਪ ਗਏ ਨੇ ਇਹਨਾਂ ਦੀ ਇਹੀ ਸਾਡਾ ਸ਼ੰਕਾ ਜਿਹੜਾ ਨੇ ਇਹੀ ਆ ਕਿ ਉਹ ਠੀਕ ਥਾਂ ਤੇ ਨਹੀਂ ਗਏ। ਜੇ ਠੀਕ ਥਾਂ ਤੇ ਗਏ ਹੁੰਦੇ ਤਾਂ ਉਹਨਾਂ ਦਾ ਰਿਕਾਰਡ ਹੁੰਦਾ। ਯਾਨੀ ਕਿ ਇੱਕ ਵਿਅਕਤੀ ਨੂੰ ਬਚਾਉਣ ਵਾਸਤੇ ਗੁਰੂ ਸਾਹਿਬ ਨੂੰ ਦਬਾਣਾ ਇਹ ਕਿੰਨਾ ਕੁ ਜ਼ਿਆਦਾ। ਦੇਖੋ ਜੀ, ਇਸ ਬੰਦੇ ਤੇ ਯਕੀਨ ਕਰਨਾ ਸੱਪ ਤੇ ਯਕੀਨ ਕਰਨਾ। ਇਹਨੇ ਸਾਨੂੰ ਬਰਬਾਦ ਕਰਤਾ। ਇਹਨੂੰ ਸਿੱਖੀ ਦਾ ਨਾ ਇਹਨੂੰ ਗਿਆਨ, ਨਾ ਇਹਦੇ ਪੁੱਤ ਨੂੰ, ਨਾ ਇਹਦੀ ਨੂੰਹ ਨੂੰ, ਤੇ ਨਾ ਇਹਦੇ ਨੂੰਹ ਦੇ ਭਰਾ ਨੂੰ, ਤੇ ਨਾ ਇਹਦੇ ਜਵਾਈ ਨੂੰ। ਕੋਈ ਇਹ ਕਲਚਰ ਜਿਹੜੇ ਰੂਹ ਆ ਸਾਡੀ ਕੌਮ ਦੀ, ਅਕਾਲੀ ਕਲਚਰ, ਉਹ ਇਹਨਾਂ ਦੇ ਅੰਦਰ ਹੈ ਨਹੀਂ। ਇਹ ਜਿੱਦਣ ਸੰਗਰਾਂਦ ਹੁੰਦੀ ਉਹਨੂੰ ਪੂਰਨਮਾਸੀ ਕਹਿ ਦਿੰਦੇ, ਜਿੱਦਣ ਪੂਰਨਮਾਸੀ ਹੁੰਦੀ ਉਹਨੂੰ ਸੰਗਰਾਂਦ ਕਹਿ ਦਿੰਦੇ ਆ। ਇਹਨਾਂ ਦੇ ਅੰਦਰ ਇੰਨੀ ਕੁ ਸਿੱਖੀ ਆ, ਪਰ ਇਹ ਨੀਲਾ ਬੁਰਕਾ ਪਾਉਣ ਕਰਕੇ ਸਾਡੇ ਸਿੱਖਾਂ ਨੂੰ ਧੋਖਾ ਦੇ ਗਿਆ ਤੇ ਅਸੀਂ ਧੋਖੇ 'ਚ ਰਗੜੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਨੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਿੰਘ ਸਾਹਿਬ, ਇਸ ਵੇਲੇ ਪੰਜਾਬ ਬਹੁਤ ਹੀ ਤਰਸਯੋਗ ਹਾਲਤ ਦੇ ਵਿੱਚੋਂ ਗੁਜ਼ਰ ਰਿਹਾ ਹੈ। ਪੰਥ, ਗੁਰੂ ਗ੍ਰੰਥ, ਕਿਸਾਨ ਤੇ ਪੰਜਾਬ ਸਭ ਖਤਰੇ 'ਚ ਹੈ। ਇਹਦਾ ਜ਼ਿੰਮੇਵਾਰ ਕੌਣ ਹੈ? ਸਾਡੇ ਲੀਡਰ ਜਿਹੜੇ ਲੀਡਰਾਂ ਦੀ ਕਮਿਟਮੈਂਟ ਆਪਣੇ ਪਰਿਵਾਰ ਨਾਲ ਆ, ਆਪਣੇ ਸਵਾਰਥ ਨਾਲ ਆ, ਕੌਮ ਨਾਲ ਨਹੀਂ। ਪਰ ਇੱਕ ਬੁਰਕਾ ਪਾ ਕੇ ਸਿੱਖੀ ਦਾ ਤੇ ਉਹਨਾਂ ਨੇ ਗੁਰੂ ਘਰ ਨੂੰ ਵੀ ਲੁੱਟ ਲਿਆ ਤੇ ਸਾਡੇ ਸਿੱਖ ਸਮਾਜ ਨੂੰ ਵੀ ਲੁੱਟ ਲਿਆ। ਸਾਰ ਧਰਮ ਦਾ ਬੇੜਾ ਗਰਕ ਕੀਤਾ, ਨਾਲ ਪੰਜਾਬ ਦਾ ਬੇੜਾ ਗਰਕ ਕੀਤਾ। ਤੋ ਅੱਜ ਜਿਹੜਾ ਕਿਸਾਨ ਰੋਲਦਾ ਪਿਆ ਸੜਕ ਤੇ, ਇਹਦੇ ਲਈ ਵੀ ਜ਼ਿੰਮੇਵਾਰ ਇਹੀ ਲੀਡਰ ਨੇ ਜਿਹੜੇ ਆਪਣੇ ਆਪ ਨੂੰ ਮਸੀਹਾ ਅਖਾਉਂਦੇ ਰਹੇ ਕਿਸਾਨਾਂ ਦਾ। ਇਹੀ ਲੀਡਰ ਇਹ ਲੀਡਰ ਅੱਜ ਦੱਸਣਗੇ ਕਿ 5 ਸਾਲ ਪਹਿਲਾਂ ਜਿਹੜੇ ਗੋਦਾਮ ਬਣੇ ਅਡਾਨੀ ਦੇ ਤੇ ਅਬਾਨੀ ਦੇ, ਉਹ ਕਿਹਦੇ ਹੁਕਮ ਨਾਲ ਬਣੇ, ਉਹ ਜ਼ਮੀਨ ਕਿਹਨੇ ਦਿੱਤੀ, ਉਹਨਾਂ ਦੀ ਜ਼ਮੀਨਾਂ 'ਚ ਰੇਲਵੇ ਲਾਈਨ ਕਿਵੇਂ ਵਿਛੀ। ਤੋ ਇਹਦੇ ਲਈ ਜਵਾਬ ਦੇ ਤੇ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲ। ਉਹ ਮਨੁੱਕਰ ਨਹੀਂ ਹੋ ਸਕਦਾ, ਉਹਦਾ ਚਿਹਰਾ ਨੰਗਾ ਹੋ ਚੁੱਕਾ। ਜੇ ਬੱਚਿਆਂ ਦੇ ਜਿਹੜੇ ਕਾਤਲ ਸੀ ਉਹਨਾਂ ਨੂੰ ਆਪਣਾ ਉਹਨੇ ਜਰਨੈਲ ਬਣਾਇਆ, ਸਮੈਦ ਸੈਣੀ ਨੂੰ, ਜਹਾਰ ਆਲਮ ਨੂੰ, ਤੇ ਕਿਸਾਨਾਂ ਦਾ ਜਿਹੜਾ ਉਹਨੇ ਅੱਜ ਲਾਅ ਬਣਾ ਦਿੱਤਾ ਸੈਂਟਰ ਸਰਕਾਰ ਨੇ। ਉਹ ਲਾਅ ਜਿਹੜਾ ਉਹਨੂੰ ਅੱਜ ਤੱਕ ਵੀ ਇਹਦੀ ਨੂੰਹ ਬਾਦਲ ਦੀ ਤੇ ਇਹਦਾ ਪੁੱਤ ਤੇ ਆਪ ਪ੍ਰਚਾਰਦੇ ਰਹਿ ਕੇ ਤੇ ਇਹ ਭਰਮ ਪੈਦਾ ਕੀਤਾ ਜਾ ਰਿਹਾ, ਭੁਲੇਖੇ ਪੈਦਾ ਕੀਤੇ ਜਾ ਰਹੇ। ਕਿਸਾਨਾਂ ਨੂੰ ਸਮਝ ਨਹੀਂ। ਇਹ ਜ਼ਿਆਦਾ ਵੱਡੇ ਸਮਝਦਾਰ ਜਿਹੜੇ ਆ ਉਹਨਾਂ ਨੂੰ ਤੋਂ 3-4 ਦਿਨ ਪਹਿਲਾਂ ਸਮਝ ਆਈ ਤੇ ਹੁਣ ਲੋਕਾਂ ਨੂੰ ਉਹਦਾ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ। ਇਹਦੇ ਲਈ ਜ਼ਿੰਮੇਵਾਰ ਤੇ ਜਵਾਬਦੇਹ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਪਰਿਵਾਰ ਹੈ, ਜਿਨੇ ਇੱਕ ਸੰਗਲ ਪਾਇਆ ਹੋਇਆ ਪੂਰੀ ਕੌਮ ਨੂੰ। ਸਿੰਘ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਜ਼ਿਕਰ ਆਉਂਦਾ ਹੈ ਜਦੋਂ, ਔਰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਪਿਛਲੇ ਦਿਨਾਂ ਸੁਖਬੀਰ ਸਿੰਘ ਬਾਦਲ ਨੇ ਵੀ ਇੱਕੋ ਹੀ ਉਹਨਾਂ ਦਾ ਨਾਰਾ ਹੈਗਾ ਹੈ ਕਿ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਪੰਜਾਬ ਨੂੰ ਦੱਸੋ ਤਾਂ ਸਹੀ, ਪ੍ਰਕਾਸ਼ ਸਿੰਘ ਬਾਦਲ ਨੇ ਕਿਹੜੀ ਐਸੀ ਕੁਰਬਾਨੀ ਹੈ ਜਿਹੜੀ ਉਹਦੇ ਪਰਿਵਾਰ ਨੂੰ ਤਾਂ ਪਤਾ ਹੈ ਪਰ ਪੰਥ ਨੂੰ ਪਤਾ ਨਹੀਂ, ਕੌਮ ਨੂੰ ਪਤਾ ਨਹੀਂ ਹੈਗਾ? ਕਿਹੜੀਆਂ ਕੁਰਬਾਨੀਆਂ ਨੇ? ਇਹ ਕੁਰਬਾਨੀ ਕੀਤੀ ਜੀ ਉਹਨੇ ਪੰਜਾਬ ਦਾ ਪਾਣੀ ਦੇ ਕੇ ਦੇਵੀ ਲਾਲ ਨੂੰ, ਤੇ ਉਹਦੇ ਤੋਂ 18 ਏਕੜ ਜ਼ਮੀਨ ਜਿਹੜੀ ਲਈ ਸੋਨੇ ਦੇ ਭਾਅ ਦੀ, ਸਿਰਫ ਕੁਛ ਰੁਪਈਆਂ ਤੇ ਲੀਜ਼ ਤੇ ਜਿਹੜਾ ਹੋਟਲ ਬਣਾਇਆ ਏਅਰਪੋਰਟ ਦੇ ਨੇੜੇ ਦਿੱਲੀ ਦੇ। ਇੱਕ ਉਹਨੇ ਕੁਰਬਾਨੀ ਕੀਤੀ ਕਿ ਜਿਹੜਾ ਪੰਜਾਬ ਨੂੰ ਚੰਡੀਗੜ੍ਹ ਲੈਣ ਲਈ ਜਿਹੜੇ ਪੰਥ ਮਰਵਾਤਾ ਸਾਰਾ, ਤੇ ਚੰਡੀਗੜ੍ਹ ਆਪੇ ਹੀ ਪੰਜਾਬ ਦੇ ਵਿੱਚੋਂ ਖਾਲੀ ਕਰਕੇ ਚੰਡੀਗੜ੍ਹ ਨੂੰ ਕਲੀਅਰ ਕਰਕੇ ਤੇ ਉਹਦੇ ਸਾਰੇ ਡਿਪਾਰਟਮੈਂਟ ਜਿਹੜੇ ਮੋਹਾਲੀ 'ਚ ਲਾਇਆ ਆ ਤੇ ਆਪ ਨਿਊ ਚੰਡੀਗੜ੍ਹ ਬਣਾਉਣ ਲੱਗ ਪਿਆ। ਉੱਥੇ ਸੁਖ ਵਿਲਾ ਬਣ ਗਏ, ਇਹਦੇ ਉੱਥੇ ਹੋਟਲ ਬਣ ਗਏ। ਇੱਕ ਇਹਨੇ ਕੁਰਬਾਨੀ ਕੀਤੀ ਹੈ ਕਿ ਜਿਹੜੇ ਉੱਤਰ ਪ੍ਰਦੇਸ਼ ਦੇ ਸਿੱਖ ਸੀਗੇ ਜਿਨ੍ਹਾਂ ਨੇ ਬੜੀਆਂ ਜੱਦੋ-ਜਹਿਦ ਨਾਲ ਜੰਗਲ ਜਿਹੜੇ ਪੁੱਟ ਕੇ ਤੇ ਜ਼ਮੀਨਾਂ ਬਣਾਈਆਂ, ਤੇ ਉਹਨਾਂ ਦੀ ਕਮੇਟੀ 'ਚ ਸ਼ਾਮਲ ਸੀ। ਇੱਕ ਸੀਗਾ ਉੱਤਰ ਪ੍ਰਦੇਸ਼ ਦਾ CM ਗੁਪਤਾ,
ਇੱਕ ਸੀਗਾ ਜਾਰਜ ਫਰਨਾਂਡਜ਼, ਇੱਕ ਸੀ ਪ੍ਰਕਾਸ਼ ਸਿੰਘ ਬਾਦਲ। ਤੇ ਇਹਨਾਂ ਨੇ ਤਿੰਨਾਂ ਦੇ ਸਾਈਨਾਂ ਨਾਲ ਉੱਤਰਾਖੰਡ ਦੇ ਵਿੱਚ ਚਲੇ ਗਿਆ ਉਹ ਜ਼ਿਲ੍ਹਾ ਜਿਹੜਾ ਉੱਤਰਕਾਸ਼ੀ ਦਾ, ਜਿਹਦਾ ਨਾਂ ਸ਼ਹੀਦ ਊਧਮ ਸਿੰਘ ਦੇ ਨਾਂ ਤੇ ਬਣਿਆ ਡਿਸਟ੍ਰਿਕਟ ਦਾ। ਤੇ ਉਹ ਅੱਜ ਜਿਹੜੀ ਆ ਸੈਂਕੜੇ ਏਕੜ ਜ਼ਮੀਨ ਜਿਹੜੀ ਸੀ, ਸੈਂਕੜੇ ਏਕੜ ਜ਼ਮੀਨ ਜਿਹੜੇ ਮਾਲਕ ਸੀਗੇ ਅੱਜ ਉਹ 4 ਏਕੜ ਤੱਕ ਸੀਮਤ ਹੋ ਗਏ, ਕਿਉਂਕਿ ਉਹ ਪਹਾੜੀ ਰਾਜ ਦੇ ਵਿੱਚ ਇੱਕ ਸੀਲਿੰਗ ਲੱਗਦੀ ਆ। ਤੇ ਇੱਕ ਇਹਨੇ ਕੁਰਬਾਨੀ ਕੀਤੀ ਜਿਹੜੇ ਲਾਲ ਬਹਾਦਰ ਸ਼ਾਸਤਰੀ ਦੇ ਸਮੇਂ ਤੋਂ ਕੱਛ ਦੇ ਵਿੱਚ, ਗੁਜਰਾਤ ਦੇ ਵਿੱਚ ਵਸਾਏ ਸੀ ਕਿਸਾਨ, ਉਹਨਾਂ ਦਾ ਉਜਾੜਾ ਜਦੋਂ ਮੋਦੀ ਨੇ ਕੀਤਾ ਤੇ ਇਹਦੀ ਕੁਰਬਾਨੀ ਸਦਕਾ ਉਹ ਸਿਰੇ ਚੜੀ। ਉਹ ਕਿਸਾਨ ਅੱਜ ਵੀ ਰੋਂਦੇ ਫਿਰਦੇ ਨੇ। ਤੇ ਇਹ ਇਸ ਤੋਂ ਇਲਾਵਾ ਜਿਹੜੀ ਕੁਰਬਾਨੀ ਇਹਦੀ ਆ, ਕੌਮ ਸਾਰੀ ਨੂੰ ਭੱਠੀ 'ਚ ਪਵਾ ਕੇ ਤੇ ਉਹਨਾਂ ਦੇ ਸੇਵਿਆਂ ਤੇ ਪ੍ਰਸ਼ਾਦੇ ਛਕ ਕੇ ਆਪਣੇ ਪਰਿਵਾਰ ਤੇ ਆਪਣੇ ਕੁੜਮਾਂ ਨੂੰ ਛਕਾਏ ਤੇ ਅੱਜ ਤੱਕ ਛਕਾਈ ਜਾ ਰਿਹਾ। ਤੇ ਕਮੇਟੀ ਦੇ ਵਿੱਚ ਅੱਜ ਜਿਹੜੀ ਇਹਦੀ ਵੱਡੀ ਸਭ ਤੋਂ ਕੁਰਬਾਨੀ ਹੋ ਰਿਹਾ, ਉਹ ਕਮੇਟੀ ਦੇ ਵਿੱਚ ਗੋਲਕ ਦੇ ਵਿੱਚ ਮਾਇਆ ਨਹੀਂ ਰਹਿਣ ਦਿੱਤੀ ਕਿ ਕੋਈ ਲੜੇ ਨਾ ਮਾਇਆ ਹੋਵੇ ਨਾ, ਤੇ ਲੜੇ 16 ਸਾਲ ਕਹਿੰਦੇ ਜੇਲ੍ਹ ਕੱਟੀ। ਇਹ ਬਾਰ-ਬਾਰ ਸੁਖਬੀਰ ਸਿੰਘ ਬਾਦਲ ਇੱਕ ਹੀ ਗੱਲ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਵੱਡੀ ਕੁਰਬਾਨੀ ਕੀਤੀ, 16 ਸਾਲ ਜੇਲ੍ਹ ਕੱਟੀ। ਤੇ ਜਿਨ੍ਹਾਂ ਨੇ 30-30 ਸਾਲ ਹੋ ਗਏ ਨੇ ਜੇਲ੍ਹਾਂ ਨੂੰ, ਇਹਦਾ ਮਤਲਬ ਉਹਨਾਂ ਦੀ ਕੁਰਬਾਨੀ ਤੇ ਵੱਡੀ ਹੋਈ ਨਾ, ਜਿਹੜੇ ਜੇਲ੍ਹਾਂ 'ਚ ਹੀ ਅਜੇ ਤੱਕ ਬੈਠੇ ਨੇ। ਤਾਂ ਫਿਰ ਸਿਰਫ ਜੇਲ੍ਹ ਕੱਟਣ ਨੂੰ ਕੁਰਬਾਨੀ ਕਹਿੰਦੇ? ਸ਼ਹਾਦਤ ਹੋਣੀ ਕੋਈ ਬਹੁਤ ਵੱਡੀ ਕੁਰਬਾਨੀ, ਜਾਂ ਪਰਿਵਾਰ ਵਾਰ ਦੇਣਾ ਜਾਂ ਬੱਚੇ ਵਾਰ ਦੇਣੇ, ਕੁਰਬਾਨੀ ਤਾਂ ਇਹ ਹੁੰਦੀ ਹੈ। ਜੇਲ੍ਹਾਂ 'ਚ ਜਾਣ ਨੂੰ ਕੁਰਬਾਨੀ ਕਿਹਾ ਜਾਂਦਾ? ਇਹ ਕੁਰਬਾਨੀ ਜਿਹੜੀ ਆ, ਇਹ ਬਾਦਲ ਦੀ ਕੁਰਬਾਨੀ 16 ਸਾਲਾਂ ਦੀ ਜਾਂ 30 ਸਾਲ ਦੀ, ਸਿੱਖਾਂ ਦੀ ਕੁਰਬਾਨੀ ਜਿਹੜੇ ਜੇਲ੍ਹਾਂ ਕੱਟਣ ਡਏ ਤੇ ਕੱਟ ਕੇ ਬੈਠੇ ਨੇ, ਇਹਦਾ ਡਿਸੀਜਨ ਤੇ ਸੰਗਤ ਲਊਗੀ ਜਦੋਂ ਸਮਾਂ ਆਇਆ। ਤੇ ਉਹ ਸੰਗਤ ਇਹਨੂੰ ਸਰਟੀਫਿਕੇਟ ਉਹਦਾ ਦੇ ਕੇ ਤੋਰੂਗੀ, ਇਹਨੂੰ ਵੀ, ਇਹਦੀ ਨੂੰਹ ਨੂੰ ਵੀ, ਇਹਦੇ ਪੁੱਤ ਨੂੰ ਵੀ, ਤੇ ਪੁੱਤ ਦੇ ਸਾਲੇ ਨੂੰ ਵੀ, ਤੇ ਨਾਲ ਜਵਾਈ ਨੂੰ ਵੀ। ਇਹ ਜਿਹੜਾ ਕੁੜਮਾਂ ਦਾ ਅਕਾਲੀ ਦਲ ਬਣਾ ਕੇ ਸਾਡਾ ਬੇਵਕੂਫ ਬਣਾ ਕੇ ਸਾਡਾ ਬੇੜਾ ਗਰਕ ਕਰ ਗਿਆ, ਇਹਦਾ ਸਰਟੀਫਿਕੇਟ ਉਹਨੂੰ ਥੋੜ੍ਹੇ ਦਿਨਾਂ 'ਚ ਜ਼ਰੂਰ ਮਿਲੂਗਾ। ਸਿੰਘ ਸਾਹਿਬ, SGPC ਦਾ ਹੁਣ ਜ਼ਿਕਰ ਕਰੀਏ, ਸ਼੍ਰੋਮਣੀ ਅਕਾਲੀ ਦਲ। ਹੁਣ ਸ਼੍ਰੋਮਣੀ ਅਕਾਲੀ ਦਲ ਕਹਿ ਤੇ ਦਿੰਦੇ ਹਾਂ ਅਸੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਹੁਣ ਕਿਉਂਕਿ ਨਿਕਲਦਾ ਹੀ ਮੂੰਹ ਸ਼੍ਰੋਮਣੀ ਅਕਾਲੀ ਦਲ ਬੰਦਕ ਕਰੇਗੀ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੌਜੂਦਾ ਹਾਲਾਤ ਹੈ, ਜੋ ਇਸ ਤੋਂ ਪਹਿਲਾਂ ਹਾਲਾਤ ਹੋਏ, ਸੋ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਸੀ ਕਿ 328 ਪਾਵਨ ਸਰੂਪ ਗੁੰਮ ਹੋਏ ਨੇ। ਜੇ SGPC ਦੇ ਵਿੱਚੋਂ 328 ਮੁਲਾਜ਼ਮ ਜਾਂ 328 ਨੁਮਾਇੰਦੇ ਗੁੰਮ ਹੋ ਗਏ ਹੁੰਦੇ, 5 ਸਾਲ ਉਹ ਮਾਮਲਾ ਦਬਾ ਦਿੱਤਾ ਜਾਂਦਾ। ਇਹਦੇ ਬਾਰੇ ਤੁਸੀਂ? ਇਹਦੇ ਬਾਰੇ ਅਸੀਂ ਜਵਾਬ ਲਵਾਂਗੇ ਇਹਨਾਂ ਤੋਂ, ਤੇ ਲੈ ਰਹੇ ਹਾਂ ਲਗਾਤਾਰ। ਜੂਨ ਦੇ ਮਹੀਨੇ ਤੋਂ ਇਹਨਾਂ ਨੂੰ ਘੇਰ ਕੇ ਰੱਖਿਆ ਹੋਇਆ, ਤੇ ਉਹਦੀ ਵਜ੍ਹਾ ਨਾਲ ਹੀ ਜਿਹੜੀਆਂ ਇਹ ਝੂਠੀਆਂ ਮੂਠੀਆਂ ਇਨਕੁਆਇਰੀਆਂ ਕਰਕੇ ਸਾਡੇ ਅਥਰੂ ਪੁੰਝਣ ਦੀ ਕੋਸ਼ਿਸ਼ ਕੀਤੀ। ਇੱਕ ਉਹ ਗੁਰੂ ਕਾ ਗੁਲਾਮ ਜਿਹੜਾ ਉਹਨੂੰ ਲਾ ਦਿੰਦੇ ਨੇ ਅੱਗੇ, ਉਹ ਅਕਾਲ ਤਖਤ 'ਤੇ ਬਿਠਾਇਆ ਗਿਆਨੀ, ਉਹ ਸਿੱਖਾਂ ਨੂੰ ਬੇਵਕੂਫ ਬਣਾਉਣ ਲਈ ਉਹ ਬੜੇ ਲੱਛੇਦਾਰ ਭਾਸ਼ਣ ਕਰਕੇ ਚੁੱਪ ਕਰਾ ਦਿੰਦਾ। ਤੋ ਮੈਂ ਮਹਿਸੂਸ ਕਰਦਾ ਕਿ ਸਮਾਂ ਆ ਗਿਆ ਕਿ ਹੁਣ ਗੁਰੂ ਮਹਾਰਾਜ ਦੀ ਜਿਹੜੀ ਸ਼ਹਾਦਤ ਆ, ਉਹਦੇ ਤੋਂ ਕੋਈ ਰਾਹ ਮਿਲੂਗਾ ਸਾਡੀ ਸਿੱਖ ਸੰਗਤ ਨੂੰ, ਤੇ ਇਸ ਬੰਦੇ ਤੋਂ ਨਿਜਾਤ ਮਿਲੂਗੀ, ਜਿਹੜੇ ਇਸ ਪਰਿਵਾਰ ਤੋਂ, ਜਿਸ ਪਰਿਵਾਰ ਨੇ 100 ਸਾਲ ਪੁਰਾਣੀ ਸਾਡੀ ਇਹ ਸੰਸਦ ਜਿਹੜੀ ਸਾਡੀ ਸਰਕਾਰ ਆ, ਉਹਦੇ ਖਜ਼ਾਨੇ 'ਚ ਅੱਜ ਧੇਲਾ ਨਹੀਂ ਰਹਿ ਗਿਆ ਤੇ ਕਰਜ਼ਾਈ ਹੋਏ ਪਏ ਆ। 4-4 ਮਹੀਨਿਆਂ ਦੀਆਂ ਤਨਖਾਹਾਂ ਇੱਥੇ ਸਕੂਲਾਂ ਕਾਲਜਾਂ 'ਚ ਨਹੀਂ ਦਿੱਤੀਆਂ ਗਈਆਂ। ਕਾਲਜ ਬੰਦ ਹੋ ਰਹੇ ਨੇ, ਕਾਲਜ ਬੰਦ ਹੋਣ ਦੇ ਆਪ ਨਾਮ ਡਿਕਲੇਅਰ ਕਰ ਰਹੇ ਨੇ। ਤੋ ਇਹ ਜਿਹੜਾ ਸਾਰਾ ਸਿਸਟਮ ਜਿਹੜਾ ਤਹਿਸ਼ ਨਹਿਸ਼ ਹੋਇਆ, ਉਹਦੇ ਲਈ ਇੱਕੋ ਇੱਕ ਪਰਿਵਾਰ ਜ਼ਿੰਮੇਵਾਰ, ਜਿਹੜਾ ਇਹ 'ਤੇ ਕਬਜ਼ਾ ਕਰਕੇ ਬੈਠਾ, ਜਿਹਨੇ ਸੱਤਾ ਭੋਗ ਲਈ, ਜਿਹਨੇ ਸੱਤਾ ਭੋਗਣ ਤੋਂ ਬਾਅਦ ਅੱਜ ਵੀ ਕਮੇਟੀ 'ਤੇ ਕਬਜ਼ਾ ਕਰਕੇ ਆਪਣੀਆਂ ਚੰਮਦੀਆਂ ਚਲਾ ਰਿਹਾ, ਤੇ ਇੱਕ ਟੈਂਟ ਲਾਉਣ ਦੇ ਬਹਾਨੇ 12-12 ਕਰੋੜ ਦੇ ਚੈੱਕ ਲੈ ਰਿਹਾ। ਤੋ ਇਹ ਸਾਰਾ ਕੁਝ ਜਿਹੜਾ ਨਾ, ਇਹ ਸੰਗਤ ਦੇ ਰੂਬਰੂ ਅਸੀਂ ਪਿੰਡ ਜਾ ਕੇ ਦੱਸ ਰਹੇ ਹਾਂ। ਤੇ ਮੈਨੂੰ ਆਸ ਹੈ ਕਿ ਸੰਗਤ ਹੁਣ ਉੱਠ ਖਲੋਤੀ ਆ, ਸਿੱਖ ਜਿਹੜੇ ਨੇ ਉੱਠ ਖਲੋਤੇ ਨੇ, ਉਹ ਆਪਣਾ ਫਰਜ਼ ਨਿਭਾਉਣਗੇ, ਦਸਮ ਪਾਤਸ਼ਾਹ ਦੇ ਅਕਾਲੀ ਬਾਗ ਨੂੰ ਇਹਨਾਂ ਗਾਰੜਾਂ ਤੋਂ ਬਚਾਉਣਗੇ। ਸਿੰਘ ਸਾਹਿਬ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਗੁੰਮ ਹੋਣਾ, ਔਰ ਸਭ ਤੋਂ ਵੱਡਾ ਸਵਾਲ ਜੋ SGPC ਨੂੰ ਪੁੱਛਿਆ ਜਾਂਦਾ, SGPC ਦੇ ਪ੍ਰਧਾਨ ਨੂੰ ਪੁੱਛਿਆ ਗਿਆ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਇਹੀ ਬੇਨਤੀ ਕੀਤੀ ਗਈ ਕਿ ਇਹ ਤਾਂ ਦੱਸ ਦਿਓ ਪਾਵਨ ਸਰੂਪ ਹੈ ਕਿੱਥੇ, ਕਿ ਜਾਂ ਕਿਸੇ ਐਸੇ ਜਗ੍ਹਾ 'ਤੇ ਪਹੁੰਚਾ ਦਿੱਤੇ ਆ ਜਿੱਥੇ ਜਾਣੇ ਹੀ ਨਹੀਂ ਚਾਹੀਦੇ ਸੀ। ਸੋ ਉਹਨਾਂ ਦੇ ਬਾਰੇ ਕੋਈ ਐਸਾ ਸਵਾਲ ਜਾਂ ਇਸ ਤਰੀਕੇ ਦੇ ਕੋਈ, ਮੈਂ ਤੁਹਾਡਾ ਰਿਐਕਸ਼ਨ ਚਾਹਨਾ ਕਿ 328 ਪਾਵਨ ਸਰੂਪ ਜਿਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲ ਰਿਹਾ, ਗੋਂਗਲੂਆਂ ਤੋਂ ਮਿੱਟੀ ਝਾੜਦੇ ਪਏ ਨੇ ਕੁਝ ਮੁਲਾਜ਼ਮ, ਉਹਨਾਂ ਨੂੰ ਸਿੰਘ ਸਾਹਿਬ ਦੱਸਦੇ ਨੇ ਨਾ ਤਾਂ ਸਸਪੈਂਡ ਕੀਤਾ, ਨਾ ਨੌਕਰੀਓ ਕੱਢੇ ਨੇ, ਉਹ ਹਵਾ 'ਚ ਹੀ ਨੇ ਅਜੇ। ਇਹ ਗੱਲੀ ਬਾਤੀ ਦੱਸੇ ਗਏ ਨੇ ਸਾਰੇ। ਮੈਂ ਕਹਿੰਦਾ ਹਵਾ 'ਚ ਨਾ ਹੋਣ, ਉਹਨਾਂ ਨੂੰ ਕੱਢ ਵੀ ਦੇਣ, ਉਹਨਾਂ ਦਾ ਸਾਡੇ ਨਾਲ ਕੋਈ ਸਰੋਕਾਰ ਨਹੀਂ, ਕਿਉਂਕਿ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ 13-14 ਤੇ 14-15 ਦੀ। 15-18-8-15 ਨੂੰ ਇਹ ਕੰਪਲੀਟ ਕੀਤੀ ਜਿਹੜੀ ਇਹਨਾਂ ਨੇ ਇਨਵੈਸਟੀਗੇਸ਼ਨ। ਉਹਦੇ ਵਿੱਚ
9 ਲੱਖ ਰੁਪਇਆ ਇਕਬਾਲ ਸਿੰਘ ਨਾਂ ਦੇ ਬੰਦੇ ਦੇ ਉੱਤੇ ਪਾਇਆ ਕਿ ਇਹ ਘਪਲੇ ਕਰਕੇ ਖਾ ਗਿਆ, ਕੁਛ ਪਾਤਾ ਕਮਲਜੀਤ ਸਿੰਘ ਤੇ। ਪਰ ਉਹ ਸਰੂਪ ਜਿਹੜੇ ਸੀਗੇ ਜਿਨ੍ਹਾਂ ਦੀ ਮਾਇਆ 9 ਲੱਖ ਇਹਨਾਂ ਨੇ ਗਿਣੀ ਆ, ਉਹ ਠੀਕ ਥਾਂ ਤੇ ਗਏ ਨੇ। ਉਹ ਜਿੱਥੇ ਜਾਣੇ ਚਾਹੀਦੇ ਸੀ ਉੱਥੇ ਹੀ ਗਏ ਨੇ ਤੇ ਆਰਡਰ ਮੁਤਾਬਕ ਗਏ ਨੇ, ਉਹਨਾਂ ਦਾ ਕੋਈ ਲਫੜਾ ਹੀ ਨਹੀਂ। ਇਹ ਤੇ ਜਿਹੜੇ 328 ਸਰੂਪ ਨੇ 15 ਤੋਂ ਲੈ ਕੇ 20 ਤੱਕ ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਮਿਲਦਾ, ਕੋਈ ਇਨਕੁਆਇਰੀ ਨਹੀਂ ਹੋ ਰਹੀ, ਜਿਨ੍ਹਾਂ ਦੇ ਹੁਕਮ ਨਾਲ ਗਏ ਨੇ ਉਹ ਹੈਗੇ ਨੇ 4 ਸੈਕਟਰੀ ਲੈਵਲ ਦੇ ਬੰਦੇ, ਤੇ ਸੈਕਟਰੀਆਂ ਨੂੰ ਹੁਕਮ ਕਿਹਦਾ ਇਹ ਦੱਸ ਨਹੀਂ ਰਹੇ। ਤੇ ਜਿਹੜੀਆਂ ਸਲਿੱਪਾਂ ਸੀ ਉਹ ਅੱਜ ਲੌਂਗੋਵਾਲ ਦੀ ਜੇਬ 'ਚ ਨੇ। ਤੇ ਉਹ ਅਕਾਲ ਪੁਰਖ ਕਿਰਪਾ ਕਰੇ, ਪੰਥ ਦਾ ਜੇ ਪੰਥ ਦੀ ਪਕੜ ਚੰਗੀ ਹੋਈ, ਪੰਥ ਦੀ ਜ਼ਮੀਰ ਜਾਗੀ, ਤੇ ਉਹਨਾਂ ਦੀ ਜੇਬ 'ਚੋਂ ਕਢਵਾ ਕੇ ਅਸੀਂ ਨੰਗਾ ਕਰਾਂਗੇ ਇਹਨਾਂ ਨੂੰ। ਜੀ ਬਿਲਕੁਲ ਸਿੰਘ ਸਾਹਿਬ, ਸ਼ੰਕੇ ਨੇ ਸੰਗਤ ਨੂੰ ਕੁਝ ਇਸ ਤਰ੍ਹਾਂ ਕਹਿ ਰਿਹਾ ਕਿ ਜਿਹੜੇ ਡੇਰਾ ਪ੍ਰੇਮੀ ਸੀਗੇ ਨਾ, ਰਾਮ ਰਹੀਮ ਡੇਰੇ ਦੇ ਪ੍ਰੇਮੀ, ਕਹਿੰਦੇ ਨੇ ਕਿ ਉਹਨਾਂ ਦੀ ਵੀ ਕਾਫੀ ਵੱਡੀ ਤਾਦਾਦ ਦੇ ਵਿੱਚ ਸਿੱਖ ਚਿਹਰੇ ਮੋਹਰੇ ਉਹਨਾਂ ਨੇ ਲਾ ਕੇ ਤੇ ਜਿਹੜੇ ਨੇ ਇਹ ਐਸਜੀਪੀਸੀ 'ਚ ਵਾੜ ਲਏ। ਇਸੇ ਤਰ੍ਹਾਂ ਆਰਐਸਐਸ ਦਾ ਵੀ ਸ਼ੰਕਾ ਕਰਦੀ ਹੈ ਸੰਗਤ, ਕਹਿੰਦੀ ਹੈ ਕਿ ਉਹਨਾਂ ਦੇ ਬੰਦੇ ਵੀ ਜਿਹੜੇ ਨੇ ਫਿੱਟ ਹੋ ਚੁੱਕੇ ਨੇ, ਬੇਸ਼ੱਕ ਉਹਨਾਂ ਦੇ ਚਿਹਰੇ ਮੋਹਰੇ ਗੱਲਬਾਤ ਤੋਂ ਪਛਾਣ ਨਹੀਂ ਹੋ ਰਹੀ। ਹੁਣ ਸੰਗਤ ਉਹਨਾਂ ਤੋਂ ਸੁਚੇਤ ਕਿਵੇਂ ਹੋਵੇ, ਉਹਨਾਂ ਨੂੰ ਪਹਿਚਾਣੇ ਕਿਵੇਂ? ਕਿ ਤੁਹਾਨੂੰ ਲੱਗਦਾ ਕਿ ਸੰਗਤ ਦਾ ਸ਼ੱਕ ਸਹੀ ਹੈ? ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿੱਥੇ ਵੀ ਗਏ ਨੇ ਉਹ ਉਸ ਥਾਂ ਤੇ ਗਏ ਨੇ ਜਿੱਥੇ ਜਾਣੇ ਨਹੀਂ ਚਾਹੀਦੇ। ਤਾਂ ਹੀ ਇਹਨਾਂ ਨੇ ਵਿਦਆਊਟ ਰਿਕਾਰਡ, ਬਿਨਾਂ ਕਿਸੇ ਦੇ ਆਈਡੀ ਦੇ, ਬਿਨਾਂ ਕਿਸੇ ਆਈਡੀ ਦੇ ਬਿਨਾਂ ਕਿਸੇ ਐਡਰੈਸ ਦੇ ਉਹ ਭੇਜੇ ਨੇ। ਜੇ ਆਈਡੀ ਠੀਕ ਹੋਵੇ ਤੇ ਆਇਡੈਂਟੀਟੀ ਠੀਕ ਹੋਵੇ, ਜਗ੍ਹਾ ਠੀਕ ਹੋਵੇ, ਤੇ ਪ੍ਰੋਸੈਸ ਜਿਹੜਾ ਉਹ ਪੂਰਾ ਕਰਦਿਆਂ ਕਿਸੇ ਨੂੰ ਤਕਲੀਫ ਨਹੀਂ ਹੋਣਾ ਚਾਹੀਦੀ, ਤੇ ਲੋਕੀ ਕਰਦੇ ਪਏ ਨੇ। ਪਰ ਜਿਹੜੇ ਸਰੂਪ ਗਏ ਨੇ ਇਹਨਾਂ ਦੀ ਇਹੀ ਸਾਡਾ ਸ਼ੰਕਾ ਜਿਹੜਾ ਨਾ ਇਹੀ ਆ ਕਿ ਉਹ ਠੀਕ ਥਾਂ ਤੇ ਨਹੀਂ ਗਏ। ਜੇ ਠੀਕ ਥਾਂ ਤੇ ਗਏ ਹੁੰਦੇ ਤਾਂ ਉਹਨਾਂ ਦਾ ਰਿਕਾਰਡ ਹੁੰਦਾ, ਕੋਈ ਸਰੂਪ ਜਾ ਸਕਦਾ ਇੱਕ ਜਾਂ ਦੋ ਸਿਫਾਰਿਸ਼ ਨਾਲ ਕਿ ਇਹ ਅਸੀਂ ਜਾਣਦੇ ਹਾਂ ਬਹੁਤ ਪ੍ਰੇਮੀ ਨੇ, ਇਹਨਾਂ ਨੂੰ ਦੇ ਦਿੱਤਾ ਜਾਵੇ। ਮੈਂ ਅਸੀਂ ਮੰਨਦੇ ਹਾਂ ਕਿ ਹੋ ਸਕਦਾ, ਪਰ 328 ਸਰੂਪ, 125 ਅਧਿਕਾਰ ਛਾਪੇ ਗਏ ਇੱਕ ਵਾਰੀ, 61 ਇੱਕ ਵਾਰੀ ਛਾਪੇ ਗਏ, 80 ਸਰੂਪ ਜਿਹੜੇ ਸੰਸਕਾਰੇ ਗਏ, ਉਹਨਾਂ ਦਾ ਸੰਸਕਾਰੇ ਗਿਆਂ ਦਾ ਬਿੱਲ ਤੇ ਲੈ ਲਿਆ, ਨੁਕਸਾਨ ਲੈ ਲਿਆ ਕਮੇਟੀ ਤੋਂ, ਪਲੰਘਾਂ ਦਾ ਨੁਕਸਾਨ ਲੈ ਲਿਆ, ਚੰਦੋਇਆਂ ਦਾ ਨੁਕਸਾਨ ਲੈ ਲਿਆ, ਪਰ ਉਹ ਉਹਨਾਂ ਨੂੰ ਸਵੀਕਾਰ ਨਹੀਂ ਰਹਿ ਕੇ ਇਹਨਾਂ ਨੂੰ ਅਸੀਂ ਸੰਸਕਾਰਿਆ। ਤੋ ਉਹ ਹੁਣ ਜਦੋਂ ਉਹ ਜਿਹੜਾ ਦਫ਼ਤਰ ਨੋਟ ਫੜਿਆ ਗਿਆ ਉਦੋਂ ਹੁਣ ਮੰਨਿਆ ਕਿ ਫਰਵਰੀ 20 ਦੇ ਵਿੱਚ ਇਹ ਕਿ ਅਸੀਂ ਇਹਦੀ ਪੇਮੈਂਟ ਲਈ ਆ, ਜਿਹੜਾ ਨੁਕਸਾਨਿਆ ਗਿਆ ਸਾਰਾ ਕੁਝ। ਸਭ ਇਹ ਰਾਜਨੀਤੀ ਨਾਲ ਪ੍ਰੇਰਿਤ ਨਹੀਂ, ਕਿਉਂਕਿ 2015 ਦਾ ਅਗਰ ਜ਼ਿਕਰ ਕੀਤਾ ਜਾਵੇ ਤੇ ਜਦੋਂ 2015 ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰਦੀ ਹੈ, ਇਹੀ ਘਟਨਾ ਵਾਪਰਦੀ ਇਸ ਕਰਕੇ ਕਹਿ ਰਹੇ ਕੀ ਇਹ ਸ਼ਰਾਰਤ ਹੈ, ਕੀ ਹੈ, ਇਹ ਤੇ ਜਾਂਚ ਦਾ ਵਿਸ਼ਾ ਹੈ, ਪਰ ਇਹ ਮੰਦਭਾਗੀ ਘਟਨਾ ਵਾਪਰਦੀ ਹੈ। ਔਰ ਉਸੇ ਸਮੇਂ ਹੀ ਜਿਹੜਾ ਬਰਗਾੜੀ ਕਾਂਡ ਹੁੰਦਾ ਹੈ ਔਰ ਉਹ ਮਾਮਲੇ ਨੂੰ ਦਬਾ ਦੇਣਾ, ਯਾਨੀ ਕਿ ਇੱਕ ਵਿਅਕਤੀ ਨੂੰ ਬਚਾਉਣ ਵਾਸਤੇ ਗੁਰੂ ਸਾਹਿਬ ਨੂੰ ਦਬਾਣਾ, ਇਹ ਕਿੰਨਾ ਕੁ ਜਾਇਜ਼? ਇੱਕ ਬੜਾ ਕਲੀਅਰ ਜਿਹਾ ਤੁਸੀਂ ਜਾਣਦੇ ਹੋ ਸਾਰੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ, ਅਪਮਾਨਿਤ ਕੀਤਾ, ਨਰਾਦਰ ਕੀਤਾ ਪ੍ਰੇਮੀ ਨੇ ਬੁਰਜਵਾਰ ਸਿੰਘ ਵਾਲਾ 'ਚ, ਤੇ ਉਦੋਂ ਸੀਐਮ ਪ੍ਰਕਾਸ਼ ਸਿੰਘ ਬਾਦਲ ਸੀ, ਡਿਪਟੀ ਸੀਐਮ ਉਹਨਾਂ ਦਾ ਪੁੱਤਰ ਸੀ, ਸਰਕਾਰ ਇਹਦੀ ਸੀ, ਤੋ ਉਹਦੇ ਖਿਲਾਫ ਇਹਨੇ ਪਰਚਾ ਦਰਜ ਨਹੀਂ ਕੀਤਾ, ਉਹਨੂੰ ਅੰਦਰ ਨਹੀਂ ਕੀਤਾ, ਬਲਕਿ ਉਹਨੂੰ ਪੁਲਿਸ ਦੀ ਪਾਰਟੀ ਦਿੱਤੀ ਕਿ ਇਹਨੂੰ ਕੋਈ ਸਿੱਖ ਮਾਰ ਨਾ ਦੇਵੇ। ਉਹ ਬੰਦਾ ਜਿਹੜਾ ਉਹ ਨਿਰੰਤਰ ਇਹਦੀ ਸ਼ਰਨ 'ਚ ਰਿਹਾ 3 ਸਾਲ ਤੱਕ, ਤੇ ਇਹ ਨਿਰੰਤਰ ਆਪਣਾ ਪੁਲਿਸ ਅਫਸਰਾਂ ਨੂੰ ਬਚਾਉਂਦਾ ਰਿਹਾ, ਜਿਨ੍ਹਾਂ ਨੇ 2 ਜਿਹੜੇ ਸਿੱਖ ਜਿਹੜੇ ਉਹ ਵਿੰਨ ਛੱਡੇ ਗੋਲੀਆਂ ਨਾਲ, 100 ਦੇ ਕਰੀਬ ਜ਼ਖਮੀ ਕੀਤੇ, ਉਹਨਾਂ ਦਾ ਸ਼ਰਨਦਾਤਾ ਬਣਿਆ। ਤੇ ਇਹ ਗੋਲੀ ਚਲਾਉਣ ਦਾ ਆਰਡਰ ਦਿੱਤਾ ਇਹਨਾਂ ਨੇ ਸੁਮੇਧ ਸੈਣੀ ਨੂੰ, ਉਹਨੂੰ ਕਿਹਾ ਕਿ ਰੋਡ ਖਾਲੀ ਹੋਣਾ ਚਾਹੀਦਾ, ਅਸੀਂ ਨਹੀਂ, ਇਹ ਸੁਖਬੀਰ ਦਾ ਹੁਕਮ ਸੀ ਕਿ ਰੋਡ ਖਾਲੀ ਹੋਣਾ ਚਾਹੀਦਾ, ਅਸੀਂ ਕੁਝ ਨਹੀਂ ਜਾਣਦੇ। ਤਾਂ ਉਹਨਾਂ ਨੇ ਗੋਲੀਆਂ ਮਾਰ ਕੇ ਉਹਨਾਂ ਨੂੰ ਖਾਲੀ ਕੀਤਾ, ਉੱਥੋਂ ਉਠਾਇਆ। ਉਹਦੇ ਬਾਅਦ ਇਹ ਜਿਹੜੇ ਸਰੂਪ ਗਏ ਨੇ, ਇਹ ਮੈਂ ਤਾਂ ਹੀ ਕਹਿਣਾ ਕਿ ਇਹੋ ਜਿਹੀ ਜਗ੍ਹਾ 'ਤੇ ਗਏ ਨੇ ਜਿੱਥੇ ਜਾਣੇ ਨਹੀਂ ਸੀ ਚਾਹੀਦੇ। ਜੇ ਠੀਕ ਜਗ੍ਹਾ ਹੁੰਦੀ ਤੇ ਇਹਨਾਂ ਦੀ ਆਈਡੀ, ਇਹਨਾਂ ਦੇ ਐਡਰੈਸ, ਲਿਜਾਣ ਵਾਲੇ ਦਾ ਦੀ ਐਪਲੀਕੇਸ਼ਨ ਸਾਨੂੰ ਦਫ਼ਤਰ 'ਚ ਮਿਲ ਜਾਂਦੀ। ਜੀ ਇਸ ਵੇਲੇ ਅਕਾਲੀ ਦਲ ਦੇ ਦੋਹਰੇ ਚਿਹਰੇ ਸਾਹਮਣੇ ਆ ਰਹੇ ਜੀ। ਦਿੱਲੀ ਦੇ ਵਿੱਚ ਤੇ ਬੀਜੇਪੀ ਨਾਲ ਪ੍ਰੇਮ ਬਰਾਬਰ ਹੈ, ਉੱਥੇ ਜਿਹੜਾ ਮਨਜਿੰਦਰ ਸਿੰਘ ਸਿਰਸਾ ਉਹਦੇ ਅੰਦਰ ਬੀਜੇਪੀ ਜਿਹੜੀ ਹੈ ਨਾ ਜੀ, ਉਹਦਾ ਲਹੂ ਜਿਹੜਾ ਉਬਾਲੇ ਮਾਰ ਰਿਹਾ ਵੀ ਬੀਜੇਪੀ ਦੇ ਨਾਲ ਸਾਡੀ ਕੋਈ ਐਸੀ ਗੱਲ ਨਹੀਂ, ਦਿੱਲੀ 'ਚ ਅਸੀਂ ਇੱਕ ਮੁੱਠ ਹੈ। ਔਰ ਗੱਲ ਕੀਤੀ ਜਾਏ ਪੰਜਾਬ 'ਚ ਤੇ ਇੱਥੇ ਕਹਿੰਦੇ ਜੀ 9 ਮਾਸ ਦਾ ਰਿਸ਼ਤਾ ਅੱਡ ਹੋ ਗਿਆ। ਇਹ ਕਿਹੋ ਜਿਹਾ ਰਿਸ਼ਤਾ ਅਕਾਲੀ ਦਲ ਦਾ? ਸਟੇਟ ਬਦਲਦੀ ਹੈ ਤੇ ਰਿਸ਼ਤਾ ਬਦਲ ਜਾਂਦਾ ਬੀਜੇਪੀ ਦਾ। ਦੇਖੋ ਜੀ, ਇਸ ਬੰਦੇ ਤੇ ਯਕੀਨ ਕਰਨਾ, ਸੱਪ ਤੇ ਯਕੀਨ ਕਰਨਾ। ਮੈਂ ਕੌਮ ਨੂੰ ਨਾ 20-22 ਸਾਲ ਤੋਂ ਝੰਜੋੜਦਾ ਪਿਆ, ਇਹ ਬਾਰ-ਬਾਰ ਯਾਦ ਕਰਾਉਂਦਾ ਪਿਆ ਵੀ ਅਸੀਂ ਗੁਰੂ ਘਰ ਦੇ ਕੂਕਰ ਹਾਂ, ਅਸੀਂ ਸੱਚ ਬੋਲਦੇ ਹਾਂ, ਪਹਿਰਾ ਦੇ ਰਹੇ ਹਾਂ। ਇਸ ਬੰਦੇ ਤੋਂ ਬਚੋ। ਇਹ ਬੰਦਾ ਅਮਰਵੇਲ ਆ ਸਿੱਖੀ ਦੇ ਰੁੱਖ 'ਤੇ। ਅਮਰਵੇਲ ਕਦੀ ਵੀ ਧਰਤੀ 'ਚੋਂ ਖੁਰਾਕ ਨਹੀਂ ਲੈਂਦੀ, ਰੁੱਖ ਨੂੰ ਚੂਸਦੀ ਆ, ਅਤੇ ਇਹ ਸਾਡੀ ਸਿੱਖੀ ਨੂੰ ਚੂਸ ਗਿਆ। ਇਹਨੇ ਸਾਨੂੰ ਬਰਬਾਦ ਕਰਤਾ। ਇਹਨੂੰ ਸਿੱਖੀ ਦਾ ਨਾ ਇਹਨੂੰ ਗਿਆਨ, ਨਾ ਇਹਦੇ ਪੁੱਤ ਨੂੰ, ਨਾ ਇਹਦੀ ਨੂੰਹ ਨੂੰ,
ਤੇ ਨਾ ਇਹਦੇ ਨੂੰਹ ਦੇ ਭਰਾ ਨੂੰ ਤੇ ਨਾ ਇਹਦੇ ਜਵਾਈ ਨੂੰ। ਕੋਈ ਇਹ ਕਲਚਰ ਜਿਹੜੇ ਰੂਹ ਆ ਸਾਡੀ ਕੌਮ ਦੀ, ਅਕਾਲੀ ਕਲਚਰ, ਉਹ ਇਹਨਾਂ ਦੇ ਅੰਦਰ ਹੈ ਨਹੀਂ। ਇਹਨਾਂ ਦੇ ਅੰਦਰ ਰਾਮ ਰਹੀਮ ਦਾ ਰੰਗ ਆ, ਉਹਦਾ ਰੂਹ ਅਫਜਾ ਪੀ ਕੇ ਇਹਨਾਂ ਦੀ ਮੱਤ ਮਾਰੀ ਗਈ ਆ। ਇਹ ਜਿੱਦਣ ਸੰਗਰਾਂਦ ਹੁੰਦੀ ਉਹਨੂੰ ਪੂਰਨਮਾਸੀ ਕਹਿ ਦਿੰਦੇ, ਜਿੱਦਣ ਪੂਰਨਮਾਸੀ ਹੁੰਦੀ ਉਹਨੂੰ ਸੰਗਰਾਂਦ ਕਹਿ ਦਿੰਦੇ ਆ। ਇਹਨਾਂ ਦੇ ਅੰਦਰ ਇੰਨੀ ਕੁ ਸਿੱਖੀ ਆ, ਇਹਨਾਂ ਤੋਂ ਕੋਈ ਉਮੀਦ ਕਰਨੀ ਜਿਹੜੀ ਆ ਨਾ, ਉਹ ਮੈਂ ਸਮਝਦਾ ਮੂਰਖਾਂ ਦੀ ਦੁਨੀਆ 'ਚ ਵਸਣ ਵਾਲੀ ਇਸ ਪਰਿਵਾਰ ਨੂੰ ਕੋਈ ਅਵਾਰਡ ਦੇਣਾ ਹੋਵੇ, ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਤੁਸੀਂ ਕੋਈ ਅਵਾਰਡ ਦੇਣਾ ਹੋਵੇ, ਉਹ ਫਕਰੇ ਕੌਮ ਨੇ, ਤੁਸੀਂ ਕੀ ਦਿੰਦੇ? ਅਸੀਂ ਇਹਨੂੰ ਕਵਾਂਗੇ ਨਰੈਣੂ ਮਹੰਤ ਦਾ ਇਹ ਬਾਪ ਆ ਤੇ ਜਿਹੜਾ ਮੱਸਾ ਰੰਗੜ ਉਹਦਾ ਭਰਾ ਆ। ਇਸ ਤੋਂ ਬਾਅਦ ਇਹਦੀ ਹੈਸੀਅਤ ਕੋਈ ਨਹੀਂ, ਪਰ ਇਹ ਨੀਲਾ ਬੁਰਕਾ ਪਾਉਣ ਕਰਕੇ ਸਾਡੇ ਸਿੱਖਾਂ ਨੂੰ ਧੋਖਾ ਦੇ ਗਿਆ ਤੇ ਅਸੀਂ ਧੋਖੇ 'ਚ ਰਗੜੇ ਗਏ। ਬਿਲਕੁਲ ਸਰ, ਇਹ ਸਨ ਸਾਡੇ ਨਾਲ ਜੀ ਸਿੰਘ ਸਾਹਿਬ, ਜਥੇਦਾਰ ਰਣਜੀਤ ਸਿੰਘ ਜੀ। ਸੋ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਇਸੇ ਤਰ੍ਹਾਂ ਜਿਵੇਂ ਉਹਨਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਸ ਵੇਲੇ ਹਾਲਤ ਕੀ ਹੈ ਔਰ ਕਿਸ ਤਰੀਕੇ ਦੇ ਨਾਲ ਅਗਰ ਪੰਥ ਨੂੰ, ਕੌਮ ਨੂੰ, ਗੁਰੂ ਗ੍ਰੰਥ ਨੂੰ ਔਰ ਪੰਜਾਬ ਨੂੰ ਤੁਸੀਂ ਚਾਹੁੰਦੇ ਹੋ ਕਿ ਬਚਾਇਆ ਜਾਵੇ ਤਾਂ ਉਹਦੇ ਆਪਣੇ ਕੀਮਤੀ ਵਿਚਾਰੇ ਇਹਨਾਂ ਰੱਖੇ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਅੰਦੋਲਨ, ਇਹਨਾਂ ਦੀ ਮਿਹਨਤ ਕੀ ਰੰਗ ਲਿਆਉਂਦੀ ਹੈ, ਪੰਥ ਦੇਖੇਗਾ, ਕੌਮ ਦੇਖੇਗੀ, ਪੰਜਾਬ ਦੇਖੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ